मसला है जी घरेलू झगड़ा जो दसा लॉकडाउन नहीं कोई थाने शिकायत की है कोई पर्चा पुलिस ਤੁਹਾਡੇ ਘਰ ਕਿਉਂ ਆ ਜਾਂਦੀ है सर पुलिस ने पहला मेरी दरखास्त मेरी भैन ने दी 122 नंबर पे तकरीबन 5-5.5 महीने पहला जो वो दरखास्त हुई है ते वो दरखास्त तो बाद ਅਸੀਂ थाने गए कि थाने नहीं आए दिन शनिवार का सी ਇਹ ਫਿਰ ਸੋਮਵਾਰ ਪਹੁੰਚੇ ਆ ਤੇ ਥਾਣੇਦਾਰ ਨੇ ਗੱਲ ਸ਼ੁਰੂ ਕੀਤੀ ਕਿ ਪ੍ਰੋਬਲਮ ਕੀ ਹੈ ਤੇ ਉਹ ਜਿੱਦਾਂ ਉੱਚੀ ਬੋਲਣ ਲੱਗ ਪਏ ਰਾਜਕੁਮਾਰ ਰਾਜੀ ਪ੍ਰਧਾਨ ਹੈ ਜਿਸ ਤਰ੍ਹਾਂ ਦਾ ਪੂਰਾ ਕਾਂਗਰਸ ਦਾ ਹੈ ਕਿ ਸਾਨੂੰ ਮਨਜ਼ੂਰ ਨਹੀਂ ਜੀ ਫੈਸਲਾ ਹੈ ਮੇਰੀ ਤਾਂ ਸੁਣਵਾਈ ਨਹੀਂ ਆਈ ਸਾਨੂੰ ਸੁਣਿਆ ਨਹੀਂ ਪਾਰਟੀ ਨੂੰ ਉਹਨੇ ਇੱਕ ਗੱਲ ਤੋਂ ਤਿੰਨ ਤਰ੍ਹਾਂ ਪਏ ਤੇ ਥਾਣੇਦਾਰ ਕਹਿੰਦਾ ਜਾਓ ਜੀ ਕੋਰਟ ਜਾ ਕੇ ਫੈਸਲਾ ਕਰ ਲਓ ਤੇ ਚਾਹੁੰਦੇ ਕਿ ਬੀਬਾ ਕੰਦੀ ਨੂੰ ਘਰੋਂ ਕੱਢਣਾ ਮੈਂ ਉਸਨੇ ਇਹ ਘਰ ਮੇਰਾ ਹੈ ਇਹ ਘਰ ਨਹੀਂ ਲੈ ਸਕਦੇ ਉਹ ਕਹਿੰਦੇ ਘਰ ਲੈਣਾ ਤਾਂ ਕੋਰਟ ਜਾ ਥਾਣੇ ਕਰਨਾ ਹੀ ਇਹ ਤਾਂ ਪ੍ਰਸ਼ਾਸ ਆਵੇ ਬਾਤ ਨਾ ਤਾਂ ਉਸਨੂੰ ਪਤਾ ਨਾ ਤਾਂ ਨਾ ਪਸੋਂ ਦਾ ਬਤਾ ਰਹੇ ਕੱਲ ਕੀ ਗੱਲ ਹੋਈ ਜੀ ਕੱਲ ਤੇਰੀ ਪਤਾ ਆਇਓ ਕਿਹੜਾ ਗਿਆ ਉਹ ਕਿਤਾ ਅਸੀਂ ਸ਼ਰੀ ਗੱਲ ਕੀ ਹੈ स्पीकर और लगे उसी का थोड़ा आगे हो मीडिया लेके आए मैं घर के अंदर से कपड़े धो रही थी कपड़े धो कुछ में पानी गई है तो जब मैं एकदम अचानक से आनी से देखा तो नीचे मीडिया वाले खड़े हुए थे मैं शायद किसी होर किसी पास से किसी गल जा रहे होंगे जब मैं इधर साइड से आके देखा तो वो वर्ग में नीचे जल्दी जल्दी आ गई मुझे टेंशन हो गई कि ये मतलब हो गया ये काम तो इधर लेके आई है मैं आप परेशान मैं इन्होंने फोन किया फोन इन्होंने कहते मैं दूर हाँ हजे मैं आ नहीं सकता मैं इधर करके बाहर आके शुरू हुई बोली जा रही है मेरे खिलाफ बहुत कुछ ये मतलब कि मैनू मारते कुटते आ इदा करते आ मैनू घरों कट्टिया आ मैनू इदा करते मेरी कोई सुनवाई नहीं होती मैं लोगों को पैसे कट के देनी हाँ मतलब कि उन्हें सारा कुछ है तो अपने नाम हैगा आ ठीक है असि मैं तो ये कहती कि जे मैं ब्याह की उस घर च गई हुई हाँ तो मेरा उसे कोई तो राइट बनता है उस उन्होंने ब्याह मेरा किया है तो क्यों मैनू इदा घरों कट्टिया गया है पुलिस वाले आए हैं सुखराज सिंह ते किनारी लेडी कांस्टेबल उन्होंने इन्होंने बुलाया तो किसी के कोठे उपर टप के लगे गुआढ़ियां दे जो ज़्यादा कन्फर्म कर दे उन्होंने कहा भी तुसीं प्लीज़ सानू जान दिओ वो मैनूं जान नहीं दिंदे पए सी पर इन्होंने कहा कि कहंदे नहीं ਅਸੀਂ ਇਹਨਾਂ ਨੂੰ ਉੱਪਰ ਜਾਣਾ ਤਾਂ ਅਸੀਂ ਜਾ ਕੇ ਦਰਵਾਜ਼ਾ ਖੋਲ੍ਹਣਾ ਮੈਂ ਦਰਵਾਜ਼ਾ ਅੰਦਰੋਂ ਬੰਦ ਕੀਤਾ ਸੀਗਾ ਤੇ ਇਹਨਾਂ ਨੇ ਆ ਕੇ ਫਿਰ ਬਹੁਤ ਤਮਾਸ਼ਾ ਕੀਤਾ ਕਿ ਪਹਿਲਾਂ ਸਾਰੇ ਜਣੇ ਇਕੱਠੇ ਦੋ ਪ੍ਰਧਾਨ ਸੀਗੇ ਮੈਂ ਤਾਂ ਉਹਨਾਂ ਨੂੰ ਜਾਣਦੀ ਨਹੀਂ ਬਹੁਤ ਹੱਟੇ ਕੱਟੇ ਜਿਹੇ ਸੀਗੇ ਤੇ ਉਹਨੇ ਫਿਰ ਆ ਕੇ ਮੈਨੂੰ ਕੁਐਸਚਨ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਬਾਹਰ ਕੱਢਣਾ ਤੁਸੀਂ ਬਾਹਰ ਆ ਕੇ ਗੱਲ ਮੈਂ ਕਿ ਬਾਹਰ ਕਿਉਂ ਜਾ ਕੇ ਗੱਲ ਕਰਾਂ ਮੇਰਾ ਤੁਹਾਡੇ ਵੱਡੇ ਘਰ 'ਚ ਬਹਿ ਕੇ ਗੱਲ ਕਰਾਂਗੀ ਮੈਂ ਇਦਾਂ ਨਹੀਂ ਗੱਲ ਕਰਨੀ ਹੈ ਮੈਂ ਕਿਹਾ ਕਿਉਂ ਨਹੀਂ ਬਣਦਾ ਵਿਆਹ ਕਿ ਇਹੀ ਮੇਰੀ ਨਨਾਣ ਮੈਨੂੰ ਘਰ 'ਚ ਲੈ ਕੇ ਆਈ ਹੈ मैं घर ਦੇ ਵਿੱਚ ਬਾਹਰ ਕਿਉਂ ਜਾਵਾਂ ਕਹਿੰਦੇ ਤੁਹਾਨੂੰ ਕੱਢਣਾ ਆ ਅਸੀਂ ਕੱਢਣਾ ਤੇ ਇਹਨੂੰ ਅੰਦਰ ਵਾੜਨਾ ਹੈ ਮੈਂ ਕਿਹਾ ਇਦਾਂ ਕਿਉਂ ਕਰਨਾ ਹੈ ਵੀ ਮੈਂ ਕਿੱਥੇ ਜਾਵਾਂ ਮੈਂ ਕਿਹਾ ਮੇਰਾ ਘਰ ਕਿੱਥੇ ਹੈ ਫਿਰ ਇਦਾਂ ਜੇ ਇਦਾਂ ਕੋਈ ਕਰਨ ਲੱਗੇ ਠੀਕ ਹੈ ਮਾਂ ਪਿਓ ਦੀ ਪ੍ਰਾਪਰਟੀ ਚੋਂ ਹਿੱਸਾ ਹਸਬੈਂਡ ਨੂੰ ਮਿਲਦਾ ਜਾਂ ਬਾਕੀ ਭੈਣ ਭਰਾ ਜਿਹਨਾਂ ਨੂੰ ਮਿਲਦਾ ਹੁੰਦੀ ਤੇ ਇੱਕ ਦੇ ਨਾਂ ਤੇ ਚਾਹੇ ਪੇਰੈਂਟਸ ਹੋਣ ਬੈਠੇ ਚਾਹੇ ਉਹਨਾਂ ਦੇ ਘਰ 'ਚ ਕਿਸੇ ਦੇ ਨਾਂ ਤੇ ਹੋਵੇ ਕੋਈ ਵੀ ਮੈਂਬਰ ਹੋਵੇ पर मैं कहा ਇਹਦਾ ਮਤਲਬ ਇਹ ਥੋੜੀ ਹੁੰਦਾ ਕਿ ਮੈਂ ਕਿਹੜਾ ਕਹਿ ਰਹੀ ਕਿ ਮੇਰੇ ਨਾਂ ਤੇ ਕਰੋ ਮੈਂ ਇਦਾਂ ਦਾ ਕੁਝ ਕਿਹਾ ਵੀ ਨਹੀਂ ਹੈਗਾ ਨਾ ਮੈਂ ਕੁਝ ਅੱਜ ਤੱਕ ਕੋਈ ਐਲੀਗੇਸ਼ਨ ਆਇਆ ਕੁਝ ਵੀ ਨਹੀਂ ਕਿਹਾ ਪਰ ਫਿਰ ਵੀ ਮੈਨੂੰ ਇਦਾਂ ਤੁਸੀਂ ਕਿਉਂ ਕਹਿ ਰਹੇ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੇ ਨਹੀਂ ਤੂੰ ਬਾਹਰ ਤੁਹਾਨੂੰ ਜਾਣਾ ਪੈਣਾ ਹੈ ਤੁਸੀਂ ਜਾਓ ਮੈਡਮ ਮੈਂ ਕਿਹਾ ਮੈਂ ਕੌਣ ਸੀਗੇ ਜੀ ਉਸ ਟਾਈਮ ਮੌਕੇ ਤੇ ਹਾਂਜੀ ਹੈਗੇ ਸੀ ਮੈਂ ਫਿਰ ਅੰਦਰ ਮੈਂ ਕਿਹਾ ਤੁਸੀਂ ਬੈਠ ਕੇ ਗੱਲ ਕਰੋ ਬੈਠ ਕੇ ਗੱਲ ਉਹ ਮੰਨਦੀ ਨਹੀਂ ਵੈਸੀ ਕਹਿੰਦੀ ਇਹਨੂੰ ਬਾਹਰ ਕੱਢੋ ਮੈਨੂੰ ਇਹਨੇ ਮਾਰ ਦੇਣਾ ਮੇਰੇ ਉੱਤੇ ਤਾਂ ਖਤਰਾ ਆ ਇਦਾਂ ਡਰਾਮੇ ਕਰਨ ਰੋਈ ਜਾਂਦੀ ਜਾਣ ਕੇ ਵੀ ਮੈਂ ਕਿਹਾ ਮੈਨੂੰ ਮੈਂ ਇਹ ਜਾਣ ਕੇ ਕਹਿੰਦੇ ਪਏ ਇਦਾਂ ਦਾ ਕੁਝ ਨਹੀਂ ਮੈਂ ਬਹੁਤ ਪਿਆਰ ਨਾਲ ਇਹਨਾਂ ਨਾਲ ਰਹੀ ਹਾਂ 2 ਸਾਲ ਹੋ ਗਏ ਤੁਸੀਂ ਇਹ ਦੱਸੋ ਵੀ ਉਸ ਟਾਈਮ ਕੌਣ ਸੀਗੇ ਨਾਲ ਜਿਹੜੇ ਆਏ ਸੀ ਉਹਦਾ ਨਾਮ ਜਿਹੜਾ ਕੋਈ ਲੀਡਰ ਸੀ ਕੋਈ ਤੁਸੀਂ ਕਹਿ ਕੇ ਜਿਹੜਾ ਆਇਆ ਇਸ਼ਾਨ ਸ਼ਰਮਾ ਤੁਸੀਂ ਦੱਸੋ ਕੀ ਨਾਮ ਇਸ਼ਾਨ ਸ਼ਰਮਾ ਸ਼ਿਵ ਸੈਨਾ ਦੇ ਸੀਗੇ ਪ੍ਰਧਾਨ ਸੀ ਇੱਕ ਕਾਂਗਰਸ ਵਾਲੀ ਲਿਖਿਆ ਨਾ ਕਾਂਗਰਸ ਵਾਲੀ ਮੈਸੇਜ ਕਾਂਗਰਸ ਦੇ ਇੱਕ ਪਾਰਟੀ ਸੀਗੇ ਵੀ ਉਹ ਹੈਗੇ ਰਾਜਕੁਮਾਰ ਰਾਜੂ मतलब उन्होंने ज्यादा दखलअंदाजी है साडे घर विच पत्रकार कितने के सीगा पत्रकार 4 जने सीगे एक लेडी सीगी कुड़ी सीगी अच्छा उन्हें पहचान भी हां जी वीडियो बनी हुई है ओदे च मेरे पहली बार कीर्ति के लिए कुड़ी दा नाम एएसआई कौन सी एएसआई सुखराज सिंह है वीडियो है ਤੁਹਾਡੇ ਕੋਲ हां जी बनाया है फिर मैं ਉਹ ਜ਼ਿਆਦਾ ਮਤਲਬ ਮੈਨੂੰ ਕਹਿੰਦੇ ਇੱਕ ਨਾਲ ਹੋ ਰਹੀ ਇੰਸਪੈਕਟਰ ਸੀਗੇ ਉਹਨਾਂ ਦੇ ਨਾਲ ਪ੍ਰਧਾਨਾਂ ਦੇ ਨਾਲ ਉਹਨਾਂ ਨੇ ਪਹਿਲੇ ਤੇ ਆ ਦੱਸੋ ਨਾਲ ਤੁਹਾਡੇ ਮਦਰ ਹੈ ਸੱਸ ਹੈ ਇਹ ਮੇਰੀ ਨਨਾਣੀ ਆ ਨਨਾਣ ਦਾ ਹੀ ਹੈ ਇਹ ਵੀ ਸਗੀਆਂ ਨੇ ਹਾਂਜੀ ਤੁਹਾਡਾ ਅਸੀਂ ਤਾਂ ਗੁਰਪ੍ਰੀਤ ਤੋਂ ਵੱਡੀਆਂ ਤੇ ਉਹ ਛੋਟੇ ਨੇ ਸਾਰੇ ਤੁਸੀਂ ਬੈਗ ਦਿਖਾਓ ਉਹ ਵੱਡੀ ਆ
ਤੁਹਾਡੀ ਜਿਹੜੀ ਨਾਂ ਹੈ ਗਲਤੀ ਨਹੀਂ ਕਾਫੀ ਪੱਤਰਕਾਰ ਸੀ 8 9 ਸੀ ਮਾਮਲੇ ਸੀ ਮੇਰੇ ਨਾਲ ਤੁਸੀਂ ਵੀ ਸਾਰੇ ਪੱਤਰਕਾਰ ਵਾਲੀ ਆਪਣੇ ਘਰ ਨਹੀਂ ਰਹੇ 8 9 10 ਪੱਤਰਕਾਰ ਸੀ ਉਹ ਤੋਂ ਆ ਗਏ ਨਹੀਂ ਪ੍ਰਾਪਰਟੀ ਕਿਹਦੇ ਨਾਮ ਤੇ ਦੱਸੀ ਬੱਚੇ ਹੋਏ ਤੇ ਬੱਚੇ ਹੋ ਗਏ ਛੋਟੇ ਮੈਡਮ ਪ੍ਰਾਪਰਟੀ ਕਿਹਦੇ ਨਾਮ ਤੇ ਦੱਸੀ ਤੁਸੀਂ ਪ੍ਰਾਪਰਟੀ ਪਰਮਜੀਤ ਕੌਰ ਦੇ ਨਾਂ ਦੀ ਹੈ ਉਹ ਕੌਣ ਹੈ ਸੁਨੀਲ ਨੇ ਨਾਮ ਨਾਮ। ਹਾਂਜੀ ਤੇ ਤੁਸੀਂ ਸਟੇ ਦਾ ਨਹੀਂ ਕੀਤਾ order? ਹਾਂਜੀ ਸਟੇ ਦਾ ਆਰਡਰ ਅਸੀਂ ਕੀਤਾ ਹੋਇਆ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਟੇ ਵਾਸਤੇ ਕੀਤਾ ਹੋਇਆ ਹੈ ਤੇ ਅਸੀਂ ਵੀ ਘਰ 'ਚ ਰਹਿਣਾ ਹੈ, ਤੁਸੀਂ ਥੋੜਾ ਸਰ ਮੈਂ ਥੋੜਾ ਚਾਨਣਾ ਪਾਉਂਗਾ ਜਿੱਦਾਂ ਤੁਸੀਂ ਪੁੱਛਿਆ ਸੀ ਨਾ ਵੀ ਕਿਦੋਂ ਤੋਂ ਝਗੜਾ ਸ਼ੁਰੂ ਹੋਇਆ 5:30 ਵਜੇ ਤੋਂ ਝਗੜਾ ਸ਼ੁਰੂ ਹੋਇਆ ਸੀਗਾ ਥਾਣੇ ਕੋਈ ਫੈਸਲਾ ਨਹੀਂ ਹੋਇਆ ਤੇ ਇਹ ਹਾਈ ਕੋਰਟ ਵੀ ਗਈ ਇਹ ਇਵਨ ਕਿ 6-7 ਜਗ੍ਹਾ ਤੇ ਹੋ ਗਏ ਕਿ ਮੈਨੂੰ ਕਿਸੇ ਦਾ ਫਸਾਇਆ ਜਾਵੇ ਜਾਂ ਪ੍ਰੈਸ਼ਰ ਮੇਰੇ ਤੇ ਪਾਇਆ ਜਾਂਦਾ ਸੀ ਅੱਜ ਦੀ ਡੇਟ ਵਿੱਚ ਵੀ ਅਗਰ ਇੱਥੇ ਮੌਜੂਦ ਹੋਏਗੀ ਨਾ ਤੇ ਉਹ ਮੈਨੂੰ ਕਹੇਗੀ ਭਰਾ ਮੇਰੇ ਠੀਕ ਹੈ ਬਸ ਇਹ ਨਹੀਂ ਹੋਣੀ ਚਾਹੀਦੀ ਨਾ ਇਹਨੂੰ ਛੱਡ ਦੇ ਪ੍ਰਾਪਰਟੀ ਤੇਰੀ ਹੈ ਪਿੱਛੇ ਦਾ ਦਿਮਾਗ ਹੈ ਉਹ ਸਿਆਸਤਦਾਨ ਬੰਦਿਆਂ ਦਾ ਆ ਰਾਜਪੁਰ ਰਾਜੂ ਸਾਡਾ 8-9 ਸਾਲ ਹੋ ਗਏ ਆ ਉਹ ਬੰਦੇ ਨੂੰ ਸਾਡੀ ਨਾ ਇੱਕ ਰੱਖ ਦਾ ਪਤਾ ਮੇਰੀ ਭੈਣ ਦਾ ਅੱਗੇ ਜਿੰਨੇ ਵੀ ਫੈਸਲੇ ਕੋਣੇ ਤੇ ਪੈਸੇ ਲੈ ਜਾਂਦੇ ਉਹ ਹਰ ਇੱਕ ਦਾ ਹੁੰਦਾ ਆ ਸ਼ਾਇਦ ਮੈਂ ਸ਼ਬਦਾਵਲੀ ਮਾੜੀ ਵਰਤਦਾ ਪਰ ਸੱਚਾਈ ਹੈ ਕੋਈ ਚਾਹੇ ਜੇਬ ਚੋਂ ਲੈ ਚਾਹੇ ਮੇਰੇ ਪਿਓ ਦੇ ਚਾਹੇ ਮੇਰੇ ਚਾਹੇ ਮੇਰੀ ਭੈਣ ਦੇ ਚਾਹੇ ਸਾਡੇ ਇੰਗਲੈਂਡ ਤੋਂ ਯੂਰੋ ਆਏ ਮਸਲਾ ਇਹ ਆ ਕਿ ਇਹ ਹੋਇਆ ਅਸੀਂ ਪੁਲਿਸ ਹੋ ਗਈ ਰਹੀ ਅੱਗੇ ਜਿਹੜੀ ਕਿ ਉਹ ਕਹਿੰਦੇ ਹਾਈ ਕੋਰਟ ਜਾਓ ਅਸੀਂ ਨਹੀਂ ਗਏ ਕਿ ਤੁਸੀਂ ਕੋਰਟ ਵਿੱਚ ਜਾਓ ਭੈਣ ਕੀ ਕਰਦੀ ਸੀ ਮੈਨੂੰ ਪਤਾ ਲੱਗਦਾ ਪਰ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਜਾਂ ਮੈਨੂੰ ਨਹੀਂ ਆਇਆ ਬਸ ਥਾਣੇ ਫੋਨ ਹੋ ਗਿਆ ਸੀ ਤੁਸੀਂ ਪੇਸ਼ ਹੋ ਜਾਓ 2-3 ਵਾਰ ਬਾਬਤ ਕੁਝ ਨਹੀਂ ਹੋਇਆ ਫਿਰ ਵਿਜੇ ਕੁਮਾਰ ਦੇ ਕੋਲ ਕੇਸ ਹੈ ਤਕਰੀਬਨ 5.5 ਮਹੀਨੇ ਪਹਿਲਾਂ ਤੇ 4.5 ਮਹੀਨੇ ਪਹਿਲਾਂ ਤੇ ਵਿਜੇ ਕੁਮਾਰ ਦੇ ਕੋਲ ਕੇਸ ਹੈ ਤੇ ਵਿਜੇ ਕੁਮਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਮੇਰੀ ਸੈਲਰੀ ਪੁੱਛੀ ਮੈਂ ਕਿਹਾ 30,000 ਹੈ ਖਰਚਾ ਕਿੰਨਾ ਮੈਂ ਕਿਹਾ 10,000 ਮੋੜ ਕੇ ਜਾਂਦੀ ਮੇਰੀ ਕਾਰ ਦੀ ਸਕੂਟਰ ਦੀ 20,000 ਵਿੱਚ ਮੈਂ ਦੋਨਾਂ ਨੂੰ 5-5,000 ਦੇ ਸਰ ਬਾਕੀ 10,000 ਮੈਂ ਘਰ ਚਲਾਉਂਗਾ ਹਰ ਇੱਕ ਦਾ ਹੁੰਦਾ ਜੇ ਵਾਧੂ ਦੀ ਮੈਂ ਵੱਧ ਦਿੰਦਾ ਕੱਲੀ ਨਹੀਂ ਮੈਂ ਸੇਫ ਨਹੀਂ ਹੈ ਇੱਕ ਕੋਈ ਤੁਹਾਡੀ ਸੋਸ਼ਲ ਵਰਕਰ ਹੈ ਸੁਮਨ ਕਈ ਐਲੀਆਸ ਕੁੱਚੀ ਆਂਟੀ ਮੋਡਲਸ ਉਹਨੇ ਇਹਨੂੰ ਮਤ ਦਿੱਤੀ ਸੀ ਤੇ 122 ਪੇਸ਼ ਕੁਦਰਤੀ ਤੌਰ ਤੇ ਦੰਦ ਡਿੱਗੇ ਹੋਏ ਨੇ 60-61 ਸਾਲ ਦੀ ਹੈਗੀ ਹੈ ਉਹ ਦੱਸਿਆ ਗਿਆ ਬਿਆਨ ਦੇ ਵਿੱਚ ਕਿ ਮੇਰੇ ਦੰਦ ਇਹ ਮੈਨੂੰ ਕੁੱਟਮਾਰ ਕਰਦੇ ਦੰਦ ਤਾਂ ਟੁੱਟੇ ਆ ਫਿਰ 2019 ਦੇ ਬਿਆਨ 2020 ਦਾ ਬਿਆਨ ਦੱਸਿਆ ਗਿਆ ਉਸ ਸ਼ਨੀਵਾਰ ਉਸ ਤੋਂ ਬਾਅਦ ਅਸੀਂ ਆਪਣਾ ਘਰ ਛੱਡਦਾ ਜੋ ਪੁਲਿਸ ਲਗਾਤਾਰ ਆਉਂਦੀ ਰਹੀ ਨਾ ਸਮਝਾਉਣ ਕਿਸੇ ਕੰਡੇ ਮੇਰੇ ਲੱਗਦੀ ਨਹੀਂ ਸੀ ਤੇ ਮੈਂ ਆਪਣੀ ਸਿਸਟਰ ਦੇ ਘਰ ਰਹਿਣਾ ਸ਼ੁਰੂ ਕਰਤਾ ਤੇ ਇਹ ਪਹਿਲੇ ਕੁੱਚੀ ਆਂਟੀ ਦੇ ਰਹਿੰਦੀ ਸੀ ਜਿਹੜੀ ਤੁਹਾਨੂੰ ਦੱਸਿਆ ਸੁਮਨ ਗਈ ਅਸੀਂ ਸੈਂਟਰ ਲੋਕ ਵੀ ਲਾਤਾ ਆਪਣਾ ਇਬਾਦਾ ਲੋਕ ਵੀ ਲਾਤਾ ਪੁਲਿਸ ਦੋਨੋਂ ਤਾਲੇ ਤੋੜਨ ਵਿੱਚ ਨਹੀਂ ਆਈ ਇਹਨਾਂ ਨੇ ਆਪੇ ਧੱਕੇ ਨਾਲ ਤਾਲੇ ਤੋੜੇ ਮੈਂ ਲੱਭਣ ਲੱਗੇ ਕੁੱਚੀਆਂ ਨਹੀਂ ਲਾ ਕੇ ਕੁੱਚੀ ਨੇ ਪਹਿਲਾਂ ਬਾਹਰ ਦਾ ਤਾਲਾ ਤੋੜਿਆ ਫਿਰ ਅੰਦਰ ਆ ਤੋੜਦਾ ਇਹਦਾ ਸੁਣ ਕੇ ਨਹੀਂ ਉਹਨਾਂ ਕੋਲ ਕੋਈ ਆਰਡਰ ਸੀਗਾ ਕੌਣ ਹੈ ਮੈਂ ਗੁਰਪ੍ਰੀਤ ਸਿੰਘ ਦੀ ਭੈਣ ਹਾਂ ਤੇ ਪਰਮਜੀਤ ਕੌਰ ਮੇਰੀ ਭੈਣ ਹੈ ਵੱਡੀ ਸਰ ਜੀ ਇਹ ਜੋ ਉਹ ਕਹਿ ਰਹੀ ਉਹਨਾਂ ਕਿ ਮੈਂ ਬਾਹਰ ਰਹੀ ਆ ਉਹ ਪੁੱਚੀ ਦੇ ਘਰ ਰਹੀ ਆ ਜਿਹੜੀ ਸੁਮਨ ਗਈ ਆ ਤੇ ਇੱਕ ਮਨਜੀਤ ਕੌਰ ਸਰਿੰਦਰ ਕੌਰ ਮੇਅਰ ਦੀ ਲੀਡਰ ਆ ਉੱਥੇ ਉਹਨਾਂ ਦੇ ਘਰ ਰਹੀ ਆ ਨਹੀਂ ਉਹ ਲੀਡਰ ਨਹੀਂ ਉਹ ਫਰਜ਼ੀ ਬੋਲਦੀ ਸੀ ਹੈ ਮਨਜੀਤ ਕੌਰ ਪਰ ਲੀਡਰ ਨਹੀਂ ਹੈ ਝੂਠ ਬੋਲਦੀ ਸੀ ਦਵਾ ਪਾਉਣ ਵਾਸਤੇ ਉਹਦੀ ਲੀਡਰ ਨਹੀਂ ਹੈ ਇਹ ਉਹਨਾਂ ਦੇ ਘਰ ਰਹਿੰਦੀ ਰਹੀ ਆ ਕਿ ਜਦੋਂ ਫਿਰ ਇਹਨਾਂ ਨੇ ਮੇਰੀ ਭਾਬੀ ਨੂੰ 30 ਅਕਤੂਬਰ ਨੂੰ ਇਹ ਆਪਣੇ ਘਰੋਂ ਕੱਪੜੇ ਲੈਣ ਸੀਗੇ ਗਏ ਪਹਿਲਾਂ ਮੇਰੇ ਕੋਲ ਰਹਿ ਰਹੇ ਸੀ ਨਾ ਇਹ ਆਪਣੇ ਘਰੋਂ ਕੱਪੜੇ ਲੈਣ ਗਏ ਸੀ ਉਹਨੇ ਧੱਕਾ ਦੇ ਕੇ ਤੇ ਇਹਨੂੰ ਇਹਨਾਂ ਨੂੰ ਪੁਲਿਸ ਦੀ ਧਮਕੀ ਦੇ ਕੇ ਮੈਂ ਪੁਲਿਸ ਲੈਣ ਚਲੀ ਤੂੰ ਇੱਦਾਂ ਕਿੱਦਾਂ ਘਰ ਆ ਸਕਦੀ ਆ ਇਹ ਕਹਿ ਕੇ ਉਹ ਚਲੀ ਗਈ ਪੁਲਿਸ ਲੈਣ ਵਾਸਤੇ ਇਹਨਾਂ ਨੇ ਰਣਜੀਤ ਕੌਰ ਰੀਮਾ ਨੇ ਇਹਨਾਂ ਨੇ ਕਿਹਾ ਰਣਜੀਤ ਕੌਰ ਭਾਬੀ ਉਹਨਾਂ ਨੇ ਕਿਹਾ ਕਿ ਦੀਦੀ ਮੈਨੂੰ ਕੱਪੜੇ ਸੰਭਾਲ ਲਵੇ ਮੇਰੇ ਕੱਪੜੇ ਲੈ ਕੇ ਜਾਣੇ ਸਾਨੂੰ ਠੰਡ ਲੱਗਦੀ ਮੇਰੇ ਹਸਬੰਡ ਬਿਮਾਰ ਆ ਮੈਂ ਵੀ ਬੁਖਾਰ ਚੜਦਾ ਰਿਹਾ ਮੈਨੂੰ ਵੀ ਬੁਖਾਰ ਹੈ ਮੈਂ ਵੀ ਬਿਮਾਰ ਰਹੀ ਆ ਸਾਨੂੰ ਕੱਪੜੇ ਚਾਹੀਦੇ ਆ ਤੇ ਉਹ ਕਹਿੰਦੀ ਤੂੰ ਇੱਦਾਂ ਕੁਛ ਨਹੀਂ ਲੈ ਕੇ ਜਾ ਸਕਦੀ ਹੈਗੀ ਫਿਰ ਉਹਨੇ ਇਹਨੂੰ ਧੱਕਾ ਦੇ ਕੇ ਅੰਦਰ ਨੇ ਤਾਂ ਆ ਪੁਲਿਸ ਲੈਣ ਚਲੀ ਗਈ ਤੇ ਪੁਲਿਸ ਲੈ ਕੇ ਆਈ ਉਹਨਾਂ ਨੇ ਲੋਕ ਲਗਾ ਦਿੱਤਾ ਬਾਹਰੋਂ ਫਿਰ ਜਦੋਂ ਅਸੀਂ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਲੋਕ ਲਗਾ ਦਿੱਤਾ ਬਾਹਰੋਂ ਅਸੀਂ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਰਹੇ ਆ ਤਾਕੀ ਰਾਹੀਂ ਤੇ ਇਹਨਾਂ ਨੂੰ ਗਰੈਲੇ ਦੇ ਵਿੱਚ ਦੀ ਅਸੀਂ ਰੋਟੀ ਬਣਾਉਂਦੇ ਰਹੇ ਕਦੀ ਮੇਰਾ ਭਰਾ ਕਦੀ ਮੈਂ ਤੇ ਕਦੀ ਇਹਨਾਂ ਦੇ ਜੀਜਾ ਜੀ ਮੇਰੇ ਭਾਬੀ ਦੇ ਤੇ ਫਿਰ ਉਹਨੇ ਮੇਰੇ ਭਰਾ ਦੇ ਨਾਲ ਕੰਟੈਕਟ ਕੀਤਾ ਭਰਾ ਨੂੰ ਕਹਿੰਦੀ ਤੂੰ ਅਰਜਨ ਦੀ ਧੀ ਮਰਨ ਨਹੀਂ ਲੱਗੀ ਤੂੰ ਉਹਨੂੰ ਰੋਟੀ ਪਾਣੀ ਕਿਉਂ ਦਿੰਦਾ ਹੈ ਕਹਿੰਦੀ ਮੈਨੂੰ ਪਤਾ ਜੋ ਖਬਰ ਆ ਜਾਂਦੀਆਂ ਵੀ ਕੌਣ ਆਇਆ ਕੌਣ ਦੁੱਧ ਫੜਾਇਆ ਗਿਆ ਕੌਣ ਕਹਿੰਦੀ ਹਾਂਜੀ ਮੈਂ ਕਹਿੰਦੀ ਨਰਿੰਦਰ ਕੌਰ ਮੇਰਾ ਨਾਮ ਹੈ ਨਾ ਤੇ ਕਹਿੰਦੀ ਮੈਂ ਈਸ਼ਰ ਕਲੋਨੀ ਵੀ ਆਪਣੇ ਸੂਈਏ ਛੱਡੇ ਹੋਏ ਆ ਤੇ ਮੈਂ ਇੱਥੇ ਜੈਨਾ ਨਗਰ ਵੀ ਆਪਣੇ ਸੂਈਏ ਛੱਡੇ ਹੋਏ ਆ ਕਿ ਘਰ ਕੌਣ ਆਉਂਦਾ ਕੌਣ ਨਹੀਂ ਆਉਂਦਾ ਕੀ ਹੁੰਦਾ ਕੀ ਨਹੀਂ ਮੈਨੂੰ ਸਾਰਾ ਪਤਾ ਆ ਕੀ ਪ੍ਰੋਬਲਮ ਕੀ ਆ ਰਹੀ ਆ ਭੈਣ ਦੇ ਨਾਲ ਉਹ ਕਿਉਂ ਇਦਾਂ ਕਰ ਰਹੇ ਸਰ ਜੀ ਉਹ ਪਤਾ ਪ੍ਰਾਪਰਟੀ ਉਹਦੇ ਨਾਮ ਤੇ ਆ ਇਸ ਕਰਕੇ ਉਹ ਮੇਰੇ ਭਰਾ ਦਾ ਪਹਿਲਾਂ ਡਿਵੋਰਸ ਕੇਸ ਚੱਲਦਾ ਸੀਗਾ ਉਦੋਂ ਦੀ ਮੇਰੇ ਮੰਮੀ ਡੈਡੀ ਦੀ ਪ੍ਰਾਪਰਟੀ ਸੀਗੀ ਜਿਹੜੀ ਫਿਰ ਉਹਦੇ ਨਾਮ ਤੇ ਕੀਤੀ ਗਈ ਮੇਰੇ ਭਰਾ ਨੇ ਕਿਹਾ ਕਿ ਮੇਰਾ ਡਿਵੋਰਸ ਕੇਸ ਚੱਲਦਾ ਤੇ ਤੁਸੀਂ ਮੇਰੀ ਦੀਦੀ ਮੇਰੇ ਨਾਲ ਰਹਿੰਦੀ ਹੈ ਦੀਦੀ ਮੇਰੀ ਮਾਂ ਆ ਤੇ ਇਹਦਾ ਕੋਈ ਬੱਚਾ ਨਹੀਂ ਮੈਂ ਇਹਦਾ ਬੱਚਾ ਆ ਤੁਸੀਂ ਮੇਰੀ ਮੰਮੀ ਦੀਦੀ ਦੇ ਨਾਮ ਤੇ ਕਰ ਦਿਓ ਹਨਾ ਉਦੋਂ ਉਹਨਾਂ ਨੇ ਉਹਦੇ ਨਾਮ ਤੇ ਕਰ ਦਿੱਤੀ ਉਹ ਉਸ ਦਾ ਨਜਾਇਜ਼ ਫਾਇਦਾ ਉਠਾ ਰਹੀ ਆ ਇਹ 2014 ਚ
7 ਮਾਰਚ ਨੂੰ ਮੇਰੀ ਮੰਮਾ ਦੀ ਡੈਥ ਹੋਈ ਆ। ਇਹ ਉਸ ਤੋਂ ਦੋਨੋਂ ਭੈਣ ਭਰਾ ਕੋਲ ਇਕੱਠੇ ਹੀ ਰਹਿ ਰਹੇ ਸੀਗੇ। ਜਦੋਂ ਦੀ ਇਹਨਾਂ ਦੀ ਮੈਰਿਜ ਕੀਤੀ, ਸੈਕਿੰਡ ਮੈਰਿਜ 2 ਅਕਤੂਬਰ ਨੂੰ। ਮੇਰੀ ਭੈਣ ਦਾ ਨੰਬਰ ਹੈ, ਮੈਂ ਡਾਇਲ ਕਰਨ ਲੱਗਾ, ਤੁਸੀਂ ਦੇਖੋ ਤੇ ਮੈਂ ਲਿਖਿਆ ਕੀ ਹੋਇਆ ਹੈ 81460 692। ਆ ਚੈੱਕ ਕਰ ਸਕਦੇ ਹੋ। 2 ਅਕਤੂਬਰ 2019 ਨੂੰ ਇਹਨਾਂ ਦੀ ਸੈਕਿੰਡ ਮੈਰਿਜ ਹੋਈ ਆ। ਉਸ ਤੋਂ ਬਾਅਦ 4-5 ਮਹੀਨੇ ਤਾਂ ਸਹੀ ਰਹੇ ਆ। ਉਸ ਤੋਂ ਬਾਅਦ ਬਸ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ। ਫਿਰ ਅਗਸਤ ਵਿੱਚ 2020 ਦੇ ਅਗਸਤ ਵਿੱਚ ਜਦੋਂ ਮੇਰੇ ਭਰਾ ਨੇ ਸੈਲਰੀ ਲਿਆ ਕੇ ਮੇਰੀ ਭਾਬੀ ਦੇ ਹੱਥ ਫੜਾਈ ਆ, ਉਸ ਤੋਂ ਬਾਅਦ ਇਹਨਾਂ ਦਾ ਝਗੜਾ ਘਰ 'ਚ ਸ਼ੁਰੂ ਹੋ ਗਿਆ। ਫਿਰ ਉਹ ਕਹਿੰਦੀ ਮੈਂ ਹੁਣ ਤੁਹਾਨੂੰ ਆਪਣੇ ਘਰ ਨਹੀਂ ਰੱਖਣਾ ਹੈਗਾ। ਬੀਬੀ ਇੱਕ ਛੋਟੀ ਜਿਹੀ ਗੱਲ ਹੈ, ਇੱਕ 60 ਸਾਲ ਦੀ ਬਜ਼ੁਰਗ ਮਹਿਲਾ ਨੂੰ ਤੁਸੀਂ ਰੱਖ ਨਹੀਂ ਸਕਦੇ। ਕੀ ਮੰਗਦੀ ਬਜ਼ੁਰਗ, ਮੰਗਦੀ ਕੀ ਹੈ ਤੁਹਾਡੇ ਕੋਲ? 2 ਟਾਈਮ ਦੀ ਰੋਟੀ। ਸਰ ਜਦੋਂ ਵਿਜੇ ਕੁਮਾਰ ਜੀ ਆਏ ਸੀ ਨਾ ਘਰੇ ਫੈਸਲਾ ਕਰਨ ਸੁਪੇਸ਼ ਕੁਮਾਰ ਜੀ ਨਾਲ, ਤੇ ਉਹਨਾਂ ਨੇ ਕਿਹਾ ਸੀ 30,000 ਵਿੱਚੋਂ 10,000 ਤਾਂ ਮੇਰੇ ਕਿਸ਼ਤਾਂ ਜਾਂਦੀਆਂ, ਤੇ ਜਦੋਂ ਮੈਂ 5-5,000 ਦੇਣ ਨੂੰ ਤਿਆਰ ਆ। ਮੈਂ ਰਿਟਰਨ ਨੂੰ ਤਿਆਰ ਸੀ, ਉਹਨੂੰ ਲਿਖ ਵੀ ਲਿਆ ਸੀ ਮੈਂ ਸੇਫ ਨਹੀਂ ਆ। ਉਹ ਆਪ ਮਾੜੀ ਨਹੀਂ ਹੈ, ਉਹਦੇ ਪਿੱਛੇ ਦੀਆਂ ਤਾਕਤਾਂ ਲੱਗੀਆਂ, ਜਿਹੜੇ ਉਹਦੇ ਪਿੱਛੇ ਦਿਮਾਗ ਲੱਗੇ ਨੇ। ਮੋੜਾ ਪਾਉਂਦੀ ਹੈ। ਸ਼ਨੀਵਾਰ ਨੇ ਕੱਪੜੇ ਧੋਤੇ ਸੀਗੇ, ਠੀਕ ਹੈ ਜੀ, ਕੱਪੜੇ ਧੋ ਕੇ ਜਦੋਂ ਫੜੀ ਕੇ ਇਹਨੂੰ ਲੈ ਗਏ, ਪੁਲਿਸ ਵਾਲੇ ਲੈ ਗਏ। ਤੇ ਉਸ ਤੋਂ ਬਾਅਦ ਜਦੋਂ ਮੈਂ ਕੱਢ ਕਰਕੇ ਨਿਕਲਿਆ, ਉਹਨੇ ਕੱਪੜੇ ਸਾਹਮਣੇ ਤੈਅ ਲਾਈਆਂ ਹੋਈਆਂ ਸੀ, ਚੱਕੇ ਹੋਏ ਸੀ। ਹਾਂਜੀ ਘਰ ਦੇ ਕਲੇਸ਼ ਵਿੱਚ ਤੀਸਰਾ ਬੰਦਾ ਫਾਇਦਾ ਉਠਾਉਂਦਾ ਹੈ। ਸਰ ਮੈਨੂੰ ਸ਼ਨੀਵਾਰ ਵੀ ਇਹਨੂੰ ਨਹੀਂ ਸਮਝਾਇਆ ਸੀ। ਸਮਾਂ ਤੋਂ ਵਧੀਆ ਇਹਨੂੰ ਸੱਦਿਆ, ਮੈਂ ਚਿੰਤਪੁਰਨੀ ਮੰਦਰ ਵਿੱਚ ਮਿਲਿਆ, ਤਕਰੀਬਨ ਅੱਧਾ ਘੰਟਾ। ਥੋੜਾ ਪਿੱਛੇ ਹੋ ਕੇ ਬੋਲੋ, ਥੋੜਾ ਪਿੱਛੇ ਹੋ ਕੇ। ਅੱਧਾ ਘੰਟਾ ਉਹਨਾਂ ਮੇਰੀ ਗੱਲ ਹੋਈ ਹੈ। ਕਿਉਂਕਿ ਤੁਹਾਡੀ ਵੀਡੀਓ ਵਾਇਰਲ ਹੋ ਗਈ ਹੈ, ਉਹਨਾਂ ਨੇ ਲਾਈਵ ਦਿਖਾਇਆ ਜੋ ਤੁਸੀਂ ਕਰਦੇ ਪਏ, ਸਾਰਾ ਲਾਈਵ ਦੇਖਿਆ ਜੀ। सुनो सर, मैं सच बोलना है। मैंने लगा मीडिया पूरा भरोसा है कि सच बोलना है, और सच का तो हिसाब भी दो। ਇੱਕ ਤੁਸੀਂ ਦੱਸਿਆ ਇੰਗਲੈਂਡ ਤੋਂ ਉਹਨਾਂ ਨੂੰ ਯੂਰੋ ਆਉਂਦੇ ਕੌਣ ਭੇਜਦਾ? सर कौन सी पहला बोल के 100-200 पौंड किते आया सी, और हुण भी नहीं कदी आया। 7 साल हो गए यार। भैन है मेरी, हाँ जी, सगी भैन गुरपाल कौर। ये तो 2013-14 की गल, मम्मी ने जो बीमार सी उस तो बाद कदी भी नहीं आए। ਤੇ ਉਸ ਤੋਂ ਬਾਅਦ ਤੁਸੀਂ ਖਰਚਾ ਨਹੀਂ ਕੀਤਾ ਉਹਨਾਂ मैंने सर खर्चा करके, तो मैं ब्याह 19 जो है 2014-19 तक नहीं किया। उस दौरान मैं गड्डी बनाई, फ्रिज वड्डी लई, एसी 2 लवाए। ਉਹਦਾ ਮੇਰਾ ਭੈਣਾ ਵੀ ਗਵਾਹ ਨੇ। ਉਹ ਮੇਰਾ ਹੋਰ ਤਾਂ ਕੋਈ ਜੌਬ ਨਹੀਂ ਸੀ ਕਰਦੀ, ਡਿਪੈਂਡੈਂਟ ਬੈਠੇ ਸੀ, ਤੇ 100 ਇਨਕਮ ਵੀ ਪਈ ਸੀਗਾ। ਭਾਜੀ ਘਰੋਂ ਕੱਢਣ ਦਾ ਮਤਲਬ ਕੁਝ ਤੇ ਹੁੰਦਾ ਕਿ ਤੁਸੀਂ ਸਰ ਘਰੋਂ ਨਹੀਂ ਕੱਢਿਆ, ਆਪ ਹੀ ਐਲੀਗੇਸ਼ਨ ਲੱਗ ਰਹੇ ਆ, ਤੇ ਤੁਹਾਡੇ ਉੱਤੇ ਵੀ ਜੇ ਐਲੀਗੇਸ਼ਨ ਲੱਗ ਰਿਹਾ, ਕੁਝ ਤੇ ਮਸਲਾ ਹੋਊਗਾ, ਤੁਸੀਂ ਆਪਣਾ ਦੱਸੋ। ਉਹਦਾ ਮਹੱਲਾ ਤੁਹਾਡੇ ਗੇਟ 'ਚ ਸਰ ਨਹੀਂ ਪੁਲਿਸ ਆਵਾਂ ਨੇ ਉਹਦਾ ਬੁਲਾ ਕੇ ਸਰ ਮੱਲਾ ਸਾਡੇ ਨਾਲ ਆ। ਮਹੱਲੇ ਨੇ ਰੋਟੀਆਂ ਖਵਾਈਆਂ, ਜੋ 28 ਦਿਨ ਬੰਦ ਰਹੀ ਹੈ। ਮਹੱਲੇ ਵਾਲੇ ਨੇ ਬਾਰੀ ਨੂੰ ਰੋਟੀਆਂ ਖਵਾਈਆਂ, ਤੇ ਮਹੱਲੇ ਆ ਕੇ ਖਾਣਾ ਕੱਢੀ ਸੀ। ਜਿੱਥੋਂ ਟੱਪਿਆ ਨੇ ਉਸ ਦੇ ਆਪਣਾ ਤੁਹਾਡਾ ਇਸ ਟਾਈਮ ਕਿੱਥੇ ਆ ਜੀ ਉਹ ਤੁਹਾਡੀ ਸਿਸਟਰ? ਇਸ ਟਾਈਮ ਰਾਜਪਾਲ ਰਾਜੂ ਦੇ ਘਰ ਹੈ ਜੀ। ਸਮਨ ਨਹੀਂ ਲੈ ਰਹੀ, ਜਿਹੜੀ ਵੀ ਕੋਰਟ ਤੋਂ ਇਸ਼ੂ ਹੋਇਆ, ਸਮਨ ਲੈ ਨਹੀਂ ਆ ਰਹੀ, ਉਹਦੇ ਪੇਸ਼ ਨਹੀਂ ਹੋ ਰਹੀ। ਘਰ ਜਿਹੜਾ ਘਰ ਵਾਸਤੇ ਲੜਦੀ ਹੈ, ਉਹ ਸ਼ਨੀਵਾਰ ਦਾ ਤਾਲਾ ਲਾਇਆ ਹੋਇਆ। ਤੁਸੀਂ ਕੋਈ ਆਪਣੇ ਡਾਕੂਮੈਂਟ ਲੈ ਕੇ ਆਏ? ਸਰ ਡਾਕੂਮੈਂਟ ਮੇਰੇ ਫੋਨ ਦੇ ਵਿੱਚ ਹੀ ਹੈ। ਤੁਸੀਂ ਇੱਥੇ ਵਿੱਚ ਕੁਝ ਨਹੀਂ ਲੈ ਕੇ ਆਏ, ਪ੍ਰੈਸ ਨੋਟ ਜਾਂ ਕੁਝ ਬਣਾਇਆ ਨਹੀਂ ਹਲੇ? ਤੇ ਸਟੇ ਦੀ ਕਾਪੀ ਹੈਗੀ? ਸਟੇ ਦੀ ਕਾਪੀ ਲੈ ਕੇ ਆਏ ਤੁਸੀਂ? ਹਾਂਜੀ ਦੱਸੋ ਜੀ, ਕੱਲ ਕੀ ਗੱਲ ਹੋਈ, ਕੀ ਹੋਇਆ ਸੀ? ਕੱਲ ਸਰ ਇਸ ਤਰ੍ਹਾਂ ਹੈ ਕਿ ਮੈਨੂੰ ਕੱਲ ਮੈਂ ਜਿੱਦਾਂ 3:45 ਦੇ ਕਰੀਬ ਮੈਂ ਕੱਪੜੇ ਸੁੱਕਣੇ ਉੱਪਰ ਪਾਉਣ ਗਈ ਸੀ, ਤੇ ਮੇਰਾ ਅਚਾਨਕ ਧਿਆਨ ਪਿਆ ਕਿ ਮਤਲਬ ਤੇ ਨੀਚੇ ਮੀਡੀਆ ਵਾਲੀ ਖੜੀ। ਮੈਂ ਕਿਹਾ ਪਤਾ ਨਹੀਂ ਕੌਣ ਆ, ਵੀ ਕਿਹਨਾਂ ਦੇ ਕੋਲ ਆਏ ਹੋਏ। ਮੈਂ ਤਾਂ ਅਚਾਨਕ ਹੈਰਾਨ ਰਹਿ ਗਈ। ਕੱਪੜੇ ਮੇਰੇ ਅੱਧੇ ਪਾਏ, ਅੱਧੇ ਇੱਦਾਂ ਮੈਂ ਫਟਾਫਟ ਨੀਚੇ ਆ ਗਈ। ਜਦੋਂ ਮੈਂ ਦੇਖਿਆ ਸਾਈਡ 'ਤੇ ਇੱਧਰ ਨੂੰ ਗੇਟ ਵਾਲੀ ਸਾਈਡ 'ਤੇ ਮੇਰੀ ਨਨਦ ਖੜੀ ਸੀਗੀ, ਤੇ ਉਹ ਲੈ ਕੇ ਆਏ ਸੀ ਮੀਡੀਆ। ਮੈਂ ਇੱਕਦਮ ਸ਼ੌਕ ਰਹਿ ਗਈ ਵੀ ਇਹ ਕੀ ਬਣਿਆ, ਇਹ ਕੀ ਕਰ ਰਹੀ ਆ। ਤੇ ਮਤਲਬ ਸਾਨੂੰ ਤਾਂ ਕਹਿ ਰਹੇ ਸੀ ਕਿ ਮੈਂ ਕੰਪਰੋਮਾਈਜ਼ ਕਰਨਾ ਚਾਹੁੰਦੀ ਹਾਂ, ਤੇ ਨਹੀਂ ਮੰਨੇ। ਤੇ ਹੁਣ ਇਹ ਇੱਦਾਂ ਕਰ ਰਹੇ ਆ, ਮੈਨੂੰ ਫਿਕਰ ਹੋ ਗਈ ਵੀ ਇਹ ਕੀ ਬਣਿਆ। ਵੀ ਮੈਂ ਨੀਚੇ ਫਿਰ ਆਈ, ਥੱਲੇ ਆ ਕੇ ਤੇ ਮੈਂ ਫਟਾਫਟ ਮਤਲਬ ਮੈਂ ਕਿਹਾ ਇਹਨਾਂ ਨੇ ਹੁਣ ਮੈਨੂੰ ਜ਼ਬਰਦਸਤੀ ਕੁਛ ਕਰਨਗੇ। ਅੰਦਰ ਆਉਂਦੇ ਆ, ਮੈਂ ਹੜਬੜਾਹਟ ਵਿੱਚ ਜਿੱਦਾਂ ਮੈਂ ਅੰਦਰ ਮਤਲਬ ਲੌਕ ਲਗਾ ਲਿਆ ਸੀਗਾ ਵੀ ਮਤਲਬ ਵੀ ਮੇਰੇ ਨਾਲ ਹੁਣ ਜ਼ਬਰਦਸਤੀ ਕਰਨਗੇ, ਕੁਛ ਨਾ ਕੁਛ ਵੀ ਕਰ ਸਕਦੇ ਆ ਨਾ। ਮੈਂ ਇਕੱਲੀ ਹੈਗੀ। ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ, ਕਹਿੰਦੇ ਮੈਂ ਤਾਂ ਦੂਰ ਕਿਤੇ ਗਿਆ ਹੋਇਆ, ਮੈਂ ਆ ਨਹੀਂ ਸਕਦਾ ਹਜੇ, ਮੈਨੂੰ ਟਾਈਮ ਲੱਗ ਜਾਣਾ। ਮੈਂ ਕਿਹਾ ਇੱਦਾਂ ਦਾ ਆਹ ਗੱਲਬਾਤ ਹੈਗੀ ਆ। ਤੇ ਅਸੀਂ ਆਪਣਾ ਕੋਰਟ 'ਚ ਕੇਸ ਲਾ ਚੁੱਕੇ ਹਾਂ। ਤੇ ਅਸੀਂ ਇੱਥੇ ਮਤਲਬ ਘਰ ਵਿੱਚ ਇੰਨੇ ਸਾਲਾਂ ਤੋਂ ਰਹਿ ਰਹੇ ਸੀਗੇ। 2 ਸਾਲ ਹੋ ਗਏ ਮੈਨੂੰ ਵਿਆਹ ਕੇ ਆਈ ਹੋਈ ਨੂੰ। ਤੇ ਇਹ ਘਰ ਮਤਲਬ ਪਹਿਲਾਂ ਤਾਂ ਬਿਲਕੁਲ ਸਾਰਾ ਕੁਝ ਸਹੀ ਚੱਲਦਾ ਰਿਹਾ, ਰਹਿੰਦੇ ਰਹੇ ਆ, ਸਹੀ ਰਿਹਾ 1.5 ਸਾਲ। ਉਸ ਤੋਂ ਜਦੋਂ ਮੀਡੀਆ ਆ ਗਿਆ ਤਾਂ ਮੈਨੂੰ ਬੜਾ ਹੋਰ ਤਰ੍ਹਾਂ ਜਿਹਾ ਲੱਗਾ। ਮੈਂ ਇਹਨਾਂ ਨੂੰ ਕੀਤਾ, ਫਿਰ ਮੈਂ ਆਪਣੇ ਵਕੀਲ ਨਾਲ ਵੀ ਕਹਿੰਦੀ। ਉਹਨਾਂ ਨੇ ਕਿਹਾ ਕਿ ਤੁਹਾਡੇ ਜੇ ਕੋਈ ਪੁਲਿਸ ਵਾਲੇ ਆਉਣਗੇ, ਤੁਸੀਂ ਇਹਨਾਂ ਨੂੰ ਆਪਣਾ ਪੇਪਰ ਦਿਖਾ ਦੇਣਾ ਕਿ ਸਾਨੂੰ ਕੋਰਟ ਤੋਂ ਹੋਏ ਵੀ 2 ਤਰੀਕ ਨੂੰ ਸਾਡੀ ਹੀਅਰਿੰਗ ਆ, ਤੁਸੀਂ ਗੱਲ ਕਰ ਲੈਣੀ। ਮੈਂ ਕਿਹਾ ਠੀਕ ਹੈ, ਮੈਂ ਇੱਦਾਂ ਕਰ ਮੈਂ ਨਹੀਂ ਦਰਵਾਜ਼ਾ ਖੋਲ੍ਹਿਆ।
ਇਹਨਾਂ ਨੇ ਪੁਲਿਸ ਆਈ ਆ, ਪੁਲਿਸ ਭਾਰਗਵ ਕੈਂਪ ਥਾਣੇ ਤੋਂ, ਤਾਂ ਉਹਨਾਂ ਨੇ ਗਵਾਂਢੀਆਂ ਦੇ ਕੋਠੇ ਦੇ ਉੱਪਰ ਦੀ ਜ਼ਬਰਦਸਤੀ ਜਾ ਕੇ, ਉਹਨਾਂ ਦੇ ਮਨਾ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਜ਼ਬਰਦਸਤੀ ਉੱਪਰ ਦੀ ਜਾ ਕੇ, ਦਰਵਾਜ਼ਾ ਖੁੱਲ੍ਹਾ ਸੀ ਕਿਉਂਕਿ ਉੱਪਰ ਪੌੜੀਆਂ ਦਾ ਦਰਵਾਜ਼ਾ ਖੁੱਲ੍ਹਾ ਸੀ, ਉੱਥੋਂ ਦੀ ਆ ਕੇ ਇਹਨਾਂ ਨੇ ਮੈਨੂੰ ਮਤਲਬ ਧਾਵਾ ਬੋਲਿਆ ਆ। ਦੋ ਜਾਣੇ, ਇੱਕ ਲੇਡੀ ਪੁਲਿਸ, ਇੱਕ ਸੁਖਰਾਜ ਸਿੰਘ ਸੀਗਾ, ਮਤਲਬ ਜਿਹੜੇ ਮੇਨ ਉਸ ਟਾਈਮ 'ਤੇ ASI ਆਏ ਸੀਗੇ। ਅਤੇ ਇਹਨਾਂ ਨੇ ਆ ਕੇ ਤਾਂ ਮੈਨੂੰ ਮਤਲਬ ਕਿਹਾ ਫਟਾਫਟ ਤਾਲਾ ਖੋਲ੍ਹੋ, ਤੁਸੀਂ ਤਾਲਾ ਕਿਉਂ ਲਾਇਆ, ਫਲਾਨਾ ਜੀ। ਮੈਂ ਕਿਹਾ ਮੈਨੂੰ ਡਾਲਾ ਦੇਖੋ ਬਾਹਰ ਉਹ ਕਿੱਦਾਂ ਕਰਦੇ। ਮੈਂ ਕਿਹਾ ਮੈਂ ਇੰਨੇ ਦਿਨਾਂ ਦੀ ਮੈਂ ਕਿਹਾ ਕੰਪਲੀਟ ਕੀਤੀ, ਮੈਨੂੰ 26 ਦਿਨ ਹੋ ਗਏ ਅੰਦਰ ਬੰਦ ਹੋਈ, ਮੈਨੂੰ ਕਿਸੇ ਨੇ ਨਹੀਂ ਕੱਢਿਆ, ਮੈਨੂੰ ਕੁਛ ਨਹੀਂ ਕੀਤਾ। ਮੈਨੂੰ ਰੋਟੀ ਪਾਣੀ ਵੀ ਜੇ ਕੋਈ ਦੇਣ ਆਉਂਦਾ ਸੀ ਖਿੜਕੀ 'ਚੋਂ ਫੜਾ ਕੇ ਜਾਂਦੇ ਸੀ, ਅਤੇ ਇਹਨਾਂ ਨੇ ਮੈਨੂੰ, ਮੇਰੀ ਨਨਾਣ ਮੈਨੂੰ ਅੰਦਰ ਬੰਦ ਕਰਕੇ ਚਲੀ ਗਈ ਸੀਗੀ। ਉਹ ਵੀ ਪੁਲਿਸ ਵਾਲੇ ਹੀ ਆ ਕੇ, ਇਹ ਸੁਖਰਾਜ ਸਿੰਘ ਹੀ ਲਾ ਕੇ ਗਏ ਸੀਗੇ, ਤਾਂ ਮਤਲਬ ਲੌਕ ਵਗੈਰਾ ਲਗਾ ਕੇ ਵੀਡੀਓ ਬਣਾ ਕੇ ਲੈ ਕੇ ਗਏ ਸੀਗੇ। ਤਾਂ ਕਹਿੰਦੀ ਇਹਨੂੰ ਰੋਟੀ ਨਹੀਂ ਦੇਣੀ, ਇਹਨੂੰ ਬਸ ਮਤਲਬ ਵੀ ਜਾਂ ਤਾਂ ਪੈਸੇ ਲੈ ਕੇ ਆਵੇ ਆਪਣੇ ਪੇਕਿਆਂ ਤੋਂ, ਅਤੇ ਜਾਂ ਫਿਰ ਇਹ ਮਤਲਬ ਜੇ ਤਾਂ ਇਹਨੂੰ ਮੈਂ ਰਹਿਣ ਦੇਣਾ, ਨਹੀਂ ਤਾਂ ਮੈਂ ਇਹਨੂੰ ਘਰ ਵਿੱਚ ਰਹਿਣ ਨਹੀਂ ਦੇਣਾ, ਵੀ ਤੂੰ ਇਹਨੂੰ ਤਲਾਕ ਦੇ ਦੇ, ਇਹਨੂੰ ਛੱਡ ਦੇ, ਮੈਂ ਤੈਨੂੰ ਰੱਖ ਲੂਗੀ। ਭਰਾ ਨੂੰ ਕਹਿੰਦੀ ਤੈਨੂੰ ਇਹਨੂੰ ਨਹੀਂ ਰੱਖ ਸਕਦੀ। ਪੁਲਿਸ ਦੇ ਨਾਲ ਹੋਰ ਕੌਣ ਆਇਆ? ਪੁਲਿਸ ਦੇ ਨਾਲ 3 ਜਾਣੇ ਕੋਈ ਹੋਰ ਸੀਗੇ, ਕੋਈ ਪ੍ਰਧਾਨ ਸੀਗੇ, ਇੱਕ ਪਤਾ ਨਹੀਂ ਸ਼ਿਵ ਸੈਨਾ ਕੁਛ ਇੱਦਾਂ ਨਾਮ ਸੀ ਉਹਨਾਂ ਦਾ, ਅਤੇ ਇੱਕ ਹੋਰ ਸੀ, ਮਤਲਬ ਤਕੜੇ ਬਹੁਤ ਹੱਟੇ ਕੱਟੇ ਜਿਹੇ ਸੀਗੇ। ਅਤੇ ਮੈਨੂੰ ਵੀ ਦੇਖ ਕੇ ਡਰ ਲੱਗਦਾ ਪਿਆ ਸੀ, ਅਤੇ ਉਹਨਾਂ ਨੇ ਆ ਕੇ ਤਾਲਾ ਖੋਲ੍ਹਿਆ, ਖਲਾਇਆ ਉਹਨਾਂ ਨੇ, ਪੁਲਿਸ ਵਾਲਿਆਂ ਨੇ ਆ ਕੇ, ਅਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਅੰਦਰ ਸਾਰੇ ਧੁੱਸ ਦੇ ਕੇ ਮੀਡੀਆ ਵਾਲੇ ਵੜ ਗਏ, ਅਤੇ ਉਹਨਾਂ ਨੇ ਮੈਨੂੰ ਕਿਹਾ ਬਾਹਰ, ਪਹਿਲਾਂ ਇਹ ਆਪਣਾ ਬਿਆਨ ਦੇ ਰਹੇ ਸੀਗੇ, ਅਤੇ ਜੋ ਗਲਤ ਮਲਤ ਗੱਲਾਂ ਕਹਿ ਰਹੇ ਸੀ ਮੈਂ ਸੁਣੀ ਜਾ ਰਹੀ ਸੀ। ਮੈਂ ਕਿਹਾ ਹੁਣ ਮੈਂ ਕੀ ਕਹਿ ਸਕਦੀ ਹਾਂ, ਵੀ ਮੈਂ ਜੇ ਬੋਲਦੀ ਹਾਂ ਤਾਂ ਫਿਰ ਅਗਲੇ ਮੈਨੂੰ ਸ਼ੂਟ ਕਰਨਗੇ, ਕਹਿਣਗੇ ਕੁਛ ਵੀ, ਅਤੇ ਮੈਂ ਨਹੀਂ ਸੀ ਇਹ ਚੀਜ਼ ਚਾਹੁੰਦੀ। ਫਿਰ ਮੈਂ ਸੋਚਿਆ, ਮੈਂ ਕਿਹਾ ਮੈਂ ਗਲਤ ਤਾਂ ਹੈ ਨਹੀਂ ਗੀ, ਮੈਂ ਕਿਹਾ ਚਲੋ ਮੈਂ ਖਿੜਕੀ 'ਚ ਤਾਂ ਗੱਲ ਕਰ ਹੀ ਸਕਾਂਗੀ, ਹੈ ਨਾ। ਤਾਂ ਪਰ ਉਹਨਾਂ ਨੇ ਨਹੀਂ, ਮੇਰੀ ਕਿਸੇ ਨੇ ਸੁਣੀ ਨਹੀਂ ਹੈਗੀ। ਅਤੇ SHO ਸਰ ਨੂੰ ਫੋਨ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਨਹੀਂ, ਤੁਹਾਨੂੰ ਮੈਂ ਉਹਨਾਂ ਨੂੰ ਕਹਿ ਦੇਣਾ, ਉਹ ਤੁਹਾਡੇ ਨਾਲ ਖਿੜਕੀ 'ਚ ਗੱਲ ਕਰ ਲੈਂਦੇ। ਕਹਿੰਦੇ ਤੁਸੀਂ ਦਰਵਾਜ਼ੇ ਖੋਲ੍ਹ ਦਿਓ। ਮੈਂ ਕਿਹਾ ਮੈਂ ਦਰਵਾਜ਼ੇ ਨਹੀਂ ਖੋਲ੍ਹੇ, ਮੈਂ ਇਕੱਲੀ ਹੈਗੀ ਇਸ ਟਾਈਮ, ਮੈਨੂੰ ਡਰ ਲੱਗਦਾ ਪਿਆ ਆ ਕਿ ਮੇਰੇ ਨਾਲ ਕੁਛ ਵੀ ਹੋ ਸਕਦਾ ਆ, ਕਿ ਹੈ ਨਾ, ਮੈਂ ਇਕੱਲੀ ਹੈਗੀ ਹਾਂ, ਮੈਨੂੰ ਡਰ ਵੀ ਲੱਗਦਾ ਪਿਆ। ਮੈਂ ਕਿਹਾ ਜਿਹੜੇ ਤੁਸੀਂ ਤਾਲੇ ਲਾਏ ਸੀਗੇ ਇਹ ਕਿਹਨੇ ਤੋੜੇ ਆ? ਤਾਲੇ ਉਹਨਾਂ ਨੇ ਆ ਕੇ, ਪੁਲਿਸ ਸੁਖਰਾਜ ਸਿੰਘ ਜਿਹੜਾ ਇੰਸਪੈਕਟਰ ਆਏ ਸੀ ਨਾ, ਉਹਨਾਂ ਨੇ ਆ ਕੇ ਖੁਲਾਏ ਆ, ਖੁੱਲ੍ਹੇ। ਫਿਰ ਲੋਕ ਉਹਨਾਂ ਨੇ ਕੁੰਡਾ ਖੋਲ੍ਹ ਕੇ ਅਤੇ ਇਹਨਾਂ ਨੂੰ ਅੰਦਰ ਵੜਿਆ। ਫਿਰ ਆ ਕੇ ਮੇਰੇ ਨਾਲ ਜ਼ਬਰਦਸਤੀ ਜੀ ਮਤਲਬ ਕਰਨ ਲੱਗ ਪਏ, ਵੀ ਤੁਸੀਂ ਘਰ 'ਚ ਨਹੀਂ ਰਹਿ ਸਕਦੇ, ਪ੍ਰੋਪਰਟੀ ਦੇ ਪੇਪਰ ਤੁਹਾਡੇ ਨਾਂ 'ਤੇ ਆ, ਫਲਾਨਾ ਆ। ਮੈਂ ਕਿਹਾ ਮੈਨੂੰ ਨਹੀਂ ਪਤਾ ਪ੍ਰੋਪਰਟੀ ਕਹਿੰਦੇ ਤੁਹਾਡੇ ਨਾਂ 'ਤੇ ਆ, ਤੁਸੀਂ ਕਿੱਦਾਂ ਘਰ ਦੇ ਵਿੱਚ ਵੜੇ ਆ, ਕਿਸੇ ਦੇ ਘਰ ਕਿੱਦਾਂ। ਮੈਂ ਕਿਹਾ ਕਿੱਦਾਂ, ਇਹ ਕਿੱਦਾਂ ਦਾ ਕੁਐਸਚਨ ਤੁਸੀਂ ਕਰਦੇ ਪਏ ਆ, ਕਿ ਮੈਂ ਘਰ ਦੇ ਵਿੱਚ ਰਹਿ ਰਹੀ ਹਾਂ, 2 ਸਾਲ ਹੋ ਗਏ, ਮੈਂ ਮੈਰਿਜ ਕਰਕੇ ਇਸ ਘਰ ਦੇ ਵਿੱਚ ਆਈ ਹਾਂ, ਇਹਨਾਂ ਨੇ ਹੀ ਮੈਨੂੰ ਪਾਣੀ ਵਾਰ ਕੇ ਅੰਦਰ ਵਾੜਿਆ, ਵਿਆਹ ਕੇ ਲਿਆਏ ਆ, ਸਰਬਸੰਮਤੀ ਨਾਲ ਸਭ ਕੁਛ ਹੋਇਆ, ਰੀਤੀ ਰਿਵਾਜ ਨਾਲ ਵਿਆਹ ਹੋਇਆ, ਕੋਈ ਮੇਰੀ ਲਵ ਮੈਰਿਜ ਨਹੀਂ, ਅੰਗਰੇਜ਼ ਮੈਰਿਜ ਆ। ਫਿਰ ਵੀ ਮੈਂ ਕਿਹਾ ਮੈਨੂੰ ਕੋਈ ਇੱਦਾਂ, ਹੁਣ ਮੈਨੂੰ ਇਹ ਬਦਲ ਗਏ ਆ, ਇਹ ਕਿਸੇ ਦੇ ਮਗਰ ਲਾ ਕੇ, ਮੈਂ ਕਿਹਾ ਬਹਿਕਾਵੇ 'ਚ ਆਏ ਹੋਏ ਆ, ਅਤੇ ਮੇਰੇ ਨਾਲ ਇੱਦਾਂ ਮੇਰੇ ਖਿਲਾਫ ਬੋਲਦੇ ਪਏ ਆ ਕਿ ਤੁਹਾਨੂੰ ਥਾਣੇ ਵੀ ਲੈ ਕੇ ਗਏ? ਹਾਂਜੀ, ਮੈਨੂੰ ਥਾਣੇ ਵੀ ਲੈ ਕੇ ਗਏ ਆ। ਮੈਨੂੰ ਬਾਅਦ ਮੈਂ ਤਾਂ ਆਪਣੇ ਅੰਦਰੋਂ ਕੁੰਡੀਆਂ ਲਾ ਲਈ ਸੀ, ਇਹਨਾਂ ਨੇ ਮੇਰੇ ਦਰਵਾਜ਼ੇ ਤੋੜ ਕੇ, ਇਹਨਾਂ ਨੇ ਮੈਨੂੰ ਬਾਥਰੂਮ ਵਾਲੀ ਸਾਈਡ ਤੋਂ, ਮੈਂ ਦੋਨੋਂ ਕੁੰਡੀਆਂ ਅੰਦਰੋਂ ਲਾ ਕੇ ਬੈਠ ਗਈ ਸੀ। ਮੈਂ ਕਿਹਾ ਮੈਂ ਨਹੀਂ ਜਾਣਾ, ਮੈਨੂੰ ਤੁਸੀਂ ਕੱਢਣੀ। ਕਹਿੰਦੇ ਇਹਨੂੰ ਅੰਦਰ ਵਾੜਨਾ, ਤੈਨੂੰ ਬਾਹਰ ਕੱਢ ਕੇ ਜਾਣਾ ਸੀ। ਮੈਂ ਕਿਹਾ ਇੱਦਾਂ ਕਿੱਦਾਂ ਕੱਢ ਸਕਦੇ ਹਾਂ। ਫਿਰ ਮੈਂ ਕਿਹਾ ਮਾਂ ਪਿਓ ਜਿਹੜੇ ਆਪਣੀਆਂ ਧੀਆਂ ਵਿਆਹੁਣਗੇ ਹੀ ਨਹੀਂ, ਜੇ ਇਹ ਸੋਚੂਗੇ ਵੀ ਪ੍ਰੋਪਰਟੀ ਬੱਚੇ ਦੇ ਨਾਂ 'ਤੇ। ਮੈਂ ਕਿਹਾ ਮੈਂਬਰ ਘਰ ਦੇ ਵਿੱਚ 5-7 ਵੀ ਹੁੰਦੇ ਆ, ਇੱਕ ਦੇ ਨਾਂ 'ਤੇ ਹੁੰਦੀ ਪ੍ਰੋਪਰਟੀ। ਮੈਂ ਕਿਹਾ ਮੈਂ ਮੰਗਦੀ ਨਹੀਂ, ਮੈਂ ਨਹੀਂ ਮੰਗਿਆ। ਮੈਂ ਕਿਹਾ ਇਹਨਾਂ ਨੇ ਝੂਠੇ ਇਲਜ਼ਾਮ ਲਾਏ ਕਿ ਮੈਂ ਮੰਗਦੀ ਹਾਂ, ਮੈਂ ਕੁਛ ਨਹੀਂ ਇਹਨਾਂ ਤੋਂ ਮੰਗਿਆ, ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ ਕਦੀ ਵੀ। ਮੈਂ ਕਿਹਾ ਇਹ ਤੁਹਾਡੇ ਤੇ ਐਲੀਗੇਸ਼ਨ ਲਾ ਰਹੇ ਕਿ ਤੁਸੀਂ ਉਹਨਾਂ ਨਾਲ ਕੁੱਟਮਾਰ ਵੀ ਕਰਦੇ? ਨਹੀਂ, ਮੈਂ ਕਦੀ ਕੁੱਟਮਾਰ ਨਹੀਂ ਕੀਤੀ, ਕਦੀ ਨਹੀਂ। ਮੈਂ ਆਪਣੇ ਰੱਬ ਨੂੰ ਜਾਨ ਦੇਣੀ ਆ, ਮੇਰੀ ਕੀ ਹਾਲਤ ਹੋਊਗੀ ਮੈਨੂੰ ਇਸ ਸਰੀਰ 'ਤੇ, ਮੈਂ ਇਸ ਜਨਮ 'ਚ ਹੀ ਪਾਵਾਂ ਜੇ ਮੇਰੇ ਨਾਲ ਇਹ ਹਾਲ ਮੈਂ ਕੀਤਾ ਹੋਵੇ ਕਦੀ ਵੀ ਉਹਨਾਂ ਨਾਲ। ਠੀਕ ਹੈ ਜੀ। ਹਾਂਜੀ, ਜਿਹੜੇ ਪ੍ਰਧਾਨ ਨਾਲ ਆਏ ਸੀ ਉਹਨਾਂ ਨੇ ਤੁਹਾਡੇ ਨਾਲ ਕੋਈ ਮਿਸਬਿਹੇਵ ਕੀਤਾ? ਉਹੀ ਨਾ, ਉਹਨਾਂ ਨੇ ਮੈਨੂੰ ਧੱਕਾ ਮੁੱਕੀ ਮਤਲਬ ਕੀਤੀ ਹੈ ਕਿ ਜ਼ਬਰਦਸਤੀ ਤੁਹਾਨੂੰ ਅਸੀਂ ਦਰਵਾਜ਼ਾ ਚੰਗੀ ਤਰ੍ਹਾਂ ਤੋੜ ਦੇਣਾ ਹੈ, ਅਸੀਂ ਤੋੜ ਕੇ ਕੱਢਾਂਗੇ, ਨਹੀਂ ਤਾਂ ਆਪਣੇ ਆਪ ਖੋਲ੍ਹ ਦਿਓ। ਮੈਂ ਕਿਹਾ ਮੈਂ ਨਹੀਂ ਖੋਲ੍ਹਣਾ ਦਰਵਾਜ਼ਾ, ਮੈਂ ਨਹੀਂ ਇਸ ਘਰ 'ਚੋਂ ਜਾਣਾ ਹੈਗਾ। ਪਰ ਨਹੀਂ, ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ। ਉਹਨਾਂ ਨੇ ਮੈਨੂੰ ਆ ਕੇ ਬੈੱਡ ਤੋਂ ਉੱਤੋਂ ਫੜ ਕੇ ਲਾਇਆ ਉਹਨਾਂ ਨੇ ਖੜੀ ਨੂੰ। ਮੈਂ ਕਿਹਾ ਨਹੀਂ ਤੇ ਮੈਂ ਕਹਿੰਦੇ ਤੁਸੀਂ ਕੁਛ ਕਰ ਲੂੰਗੇ। ਮੈਂ ਕਿਹਾ ਨਹੀਂ ਮੈਂ ਕੁਛ ਕਰਦੀ, ਪਰ ਨਹੀਂ ਮੈਨੂੰ ਨਹੀਂ ਪਤਾ ਹੈਗਾ। ਮੈਂ ਕਿਹਾ ਮੈਂ ਨਹੀਂ ਇਸ ਘਰ 'ਚ ਜਾਣਾ, ਮੈਂ ਵੀ ਇਸ ਘਰ 'ਚ ਵਿਆਹ ਕੇ ਆਈ ਹਾਂ। ਮੈਂ ਕਿਹਾ ਇਹ ਕਿੱਥੋਂ ਦਾ ਕਾਨੂੰਨ ਹੋ ਗਿਆ ਕਿ ਜਿਹੜਾ ਕੋਈ ਠੀਕ ਹੈ, ਜੇ ਕਹਿੰਦੇ ਅਸੀਂ ਤਾਲੇ ਨਹੀਂ ਤੋੜ ਸਕਦੇ ਕਿਸੇ ਦੇ, ਇਹ ਗੱਲ ਕਰਦੇ। ਮੈਂ ਕਿਹਾ ਰਹਿ ਤਾਂ ਅਸੀਂ ਇੰਨੇ ਸਾਲਾਂ ਦੇ ਇੱਥੇ ਰਹੇ ਸੀ, ਇਹਨੇ 2 ਸਾਲ ਤੋਂ ਮੇਰੇ ਹਸਬੈਂਡ ਇੰਨੇ ਸਾਲਾਂ ਦੇ ਉਹਨਾਂ ਦੇ ਨਾਲ ਰਹਿ ਰਹੇ ਆ, ਅਸੀਂ ਤਾਂ ਹਿੱਸਾ ਨਹੀਂ। ਮੈਂ ਕਿਹਾ ਕੋਰਟ 'ਚ ਕੇਸ ਜੋ ਸਾਨੂੰ ਜੱਜ ਸਾਹਿਬ ਕਹਿਣਗੇ, ਮਨਦੀਪ ਜੱਜ ਸਾਹਿਬ, ਮੈਂ ਕਿਹਾ ਜੋ ਵੀ ਉਹ ਕਹਿਣਗੇ ਸਾਨੂੰ ਉੱਦਣ, ਮੈਂ ਕਿਹਾ 2 ਤਰੀਕ ਨੂੰ ਫੈਸਲਾ ਮਨਜ਼ੂਰ ਹੋ ਜਾਊਗਾ। ਬਾਹਰ ਕਹਿਣਗੇ ਬਾਹਰ ਰਹਿ ਲੈ, ਘਰ ਰਹਿਣਗੇ ਘਰ ਰਹਿ ਲਾਂਗੇ, ਪਰ ਮੈਂ ਕਿਹਾ ਸਾਨੂੰ 2 ਦਿਨ ਹੋਰ ਵੇਟ ਕਰ ਲਓ ਪਲੀਜ਼। ਮੰਨੇ ਨਹੀਂ ਉਹ, ਨਹੀਂ ਕਹਿੰਦੇ ਤੁਹਾਨੂੰ ਬਾਹਰ ਅੱਜ ਕੱਢਣਾ ਹੀ ਕੱਢਣਾ ਆ।